ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਤੁਹਾਨੂੰ ਪਤਾ ਹੈ ਕਿ ਸਿਹਤ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਅੱਜ ਕੱਲ੍ਹ ਸਿਹਤ ਸੰਬੰਧੀ ਸਮੱਸਿਆਵਾਂ ਬਹੁਤ ਸਾਰੀਆਂ ਸਾਹਮਣੇ ਆ ਰਹੀਆਂ ਹੈਗੀਆਂ ਨੇ ਤੇ ਨਾਲ ਜਿਹੜੀ ਇਕੋਨਮੀ ਹੈ ਉਹਦੇ ਤੇ ਵੀ ਫਰਕ ਪੈ ਰਿਹਾ ਹੈਗਾ। ਇਕੋਨਮੀ ਬਾਅਦ ਵਿੱਚ ਦੇਖੀ ਜਾਊਗੀ, ਪਹਿਲਾਂ ਸਿਹਤ ਹੁੰਦੀ। ਜੇ ਸਿਹਤ ਆ ਤਾਂ ਸਾਰਾ ਕੁਝ ਹੈਗਾ ਆ। ਸਿਹਤ ਸੰਬੰਧੀ ਤੁਹਾਡੇ ਨਾਲ ਅਸੀਂ ਹਮੇਸ਼ਾ ਅਲੱਗ-ਅਲੱਗ ਡਾਕਟਰਸ ਦੇ ਨਾਲ ਤੁਹਾਡੀ ਗੱਲਬਾਤ ਕਰਵਾਉਂਦੇ ਹੈਗੇ ਆ ਕਿ ਕੀ ਕੁਝ ਕਰਨਾ ਚਾਹੀਦਾ ਸਾਨੂੰ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਦੇ ਲਈ। ਇਸੇ ਲੜੀ ਦੇ ਵਿੱਚ ਅੱਜ ਸਾਡੇ ਨਾਲ USA ਤੋਂ ਡਾਕਟਰ ਹਰਮਿੰਦਰ ਸਿੰਘ ਗਿੱਲ ਹੈਗੇ ਨੇ, ਹੋਮਿਓਪੈਥਿਕ ਸਪੈਸ਼ਲਿਸਟ ਨੇ। ਅੱਜ ਉਹਨਾਂ ਦੇ ਨਾਲ ਗੱਲਬਾਤ ਹੋਵੇਗੀ ਗਾਲ ਸਟੋਨਸ ਦੇ ਬਾਰੇ, ਪੱਥਰੀ ਦੇ ਬਾਰੇ, ਪਿੱਤੇ ਦੀ ਪੱਥਰੀ ਦੇ ਬਾਰੇ, ਵੀ ਕੀ ਹੁੰਦਾ ਆ, ਕਿਵੇਂ ਰਿਮੂਵ ਕਰਦੇ ਹੈਗੇ, ਕਿਸ ਤਰ੍ਹਾਂ ਪ੍ਰੀਕਾਸ਼ਨਸ ਵਰਤਣੀਆਂ ਚਾਹੀਦੀਆਂ, ਖਾਸ ਕਰਕੇ ਹੋਮਿਓਪੈਥੀ ਦੇ ਵਿੱਚ ਕੀ ਕੁਝ ਟ੍ਰੀਟਮੈਂਟ ਹੈ। ਆਓ ਉਹਨਾਂ ਦਾ ਸਵਾਗਤ ਕਰ ਲੈਂਦੇ ਹਾਂ ਤੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਮੇਰੇ ਨਾਲ ਨੇ ਹਰਮਿੰਦਰ ਸਿੰਘ ਗਿੱਲ। ਤੇ ਡਾਕਟਰ ਗਿੱਲ, ਸਵਾਗਤ ਹੈ ਤੁਹਾਡਾ। बहुत मेहरबानी अर्शदीप ते बहुत मेहरबानी टीवी थोड़े दी और चैनल दी साझा टीवी दी। ਬਿਲਕੁਲ ਡਾਕਟਰ ਗਿੱਲ, ਤੁਸੀਂ ਹਮੇਸ਼ਾ ਹੀ ਸਾਡੇ ਨਾਲ ਵੱਖ-ਵੱਖ ਬਿਮਾਰੀਆਂ ਬਾਰੇ ਡਿਸਕਸ਼ਨ ਕਰਦੇ ਹੋ ਕਿ ਕੀ ਕੁਝ ਬਿਮਾਰੀਆਂ ਹੁੰਦੀਆਂ, ਕਿਸ ਤਰ੍ਹਾਂ ਅਸੀਂ ਪ੍ਰੀਕਾਸ਼ਨਸ ਲੈ ਸਕਦੇ ਹਾਂ। ਜਿਵੇਂ ਮੈਂ ਪਹਿਲਾਂ ਮੈਂਸ਼ਨ ਕੀਤਾ ਕਿ ਗਾਲ ਸਟੋਨ ਦੇ ਬਾਰੇ ਅਸੀਂ ਅੱਜ ਗੱਲ ਕਰਾਂਗੇ ਕਿ ਗਾਲ ਸਟੋਨ ਬਹੁਤ ਸਾਰੇ ਲੋਕਾਂ ਨੂੰ ਸਮੱਸਿਆ ਹੁੰਦੀ ਹੈ। ਅਸੀਂ ਬਹੁਤ ਸਾਰੇ ਲੋਕਾਂ ਨੂੰ ਕਹਿੰਦੇ ਸੁਣੀਦਾ ਕਿ ਮੇਰੇ ਗਾਲ ਸਟੋਨ ਸੀਗਾ ਤੇ ਰਿਮੂਵ ਕਰ ਦਿੱਤਾ ਗਿਆ। ਸਭ ਤੋਂ ਪਹਿਲਾਂ ਸਾਨੂੰ ਇਹ ਦੱਸੋ ਕਿ ਗਾਲ ਸਟੋਨਸ ਹੁੰਦੇ ਕੀ ਹੈ, ਕਿਸ ਕਾਰਨ ਕਰਕੇ ਹੁੰਦੇ ਆ। ਆਪਣੀ ਬਾਡੀ ਦੇ ਵਿੱਚ ਜਿਸ ਤਰ੍ਹਾਂ ਸਰੀਰ ਦੇ ਵੱਖ-ਵੱਖ ਅੰਗ ਹੈਗੇ ਜੀ, ਉਸੇ ਤਰ੍ਹਾਂ ਨਾ ਇੱਕ ਜਿਹੜਾ ਗਾਲ ਬਲੈਡਰ ਹੈ ਉਹ ਵੀ ਇੱਕ ਪਾਊਚ ਜਿਹਾ ਹੈਗਾ, ਜਿਸ ਤਰ੍ਹਾਂ ਪੇਅਰ ਸ਼ੇਪ ਦਾ ਹੁੰਦਾ ਹੈਗਾ ਉਹ। ਤੇ ਉਹਦਾ ਕੰਮ ਹੁੰਦਾ ਹੈਗਾ ਵੀ ਜਿਹੜੀ ਆਪਾਂ ਕੋਈ ਵੀ ਫੈਟ ਵਾਲੀਆਂ ਚੀਜ਼ਾਂ ਖਾਂਦੇ ਆ, ਫੈਟ ਨੂੰ ਜਿਹੜੀਆਂ ਫੈਟ ਮੈਟਾਬੋਲਿਜ਼ਮ ਵਾਸਤੇ ਹੈਲਪ ਕਰਦਾ ਹੈਗਾ। ਜਿਹੜਾ ਆਪਣਾ ਜਿਗਰ ਹੈ, ਜਿਹਨੂੰ ਲਿਵਰ ਕਹਿੰਦੇ ਆਪਾਂ, ਉਹਦਾ ਕੰਮ ਹੈਗਾ ਬਾਈਲ ਪ੍ਰੋਡਿਊਸ ਕਰਨਾ। ਤੇ ਜਿਹੜਾ ਬਾਈਲ ਤੇ ਕੋਲੈਸਟਰੋਲ ਹੈ ਉਹ ਲਿਵਰ ਪ੍ਰੋਡਿਊਸ ਕਰਦਾ। ਪਰ ਜਦੋਂ ਵੀ ਆਪਾਂ ਕੋਈ ਵੀ ਚੀਜ਼ ਆਪਣੇ ਮੂੰਹ ਦੇ ਵਿੱਚੋਂ ਫੈਟ ਵਾਲੀ ਜਾਂਦੀ ਹੈ ਤੇ ਤੁਹਾਨੂੰ ਐਜ਼ ਨੀਡਡ ਬੇਸਿਸ ਤੇ ਤੁਹਾਡਾ ਜਿਹੜਾ ਜਿਗਰ ਹੈ ਉਹਨਾਂ ਕੋਲ ਬਾਈਲ ਤੇ ਜਿਹੜਾ ਕੋਲੈਸਟਰੋਲ ਹੈ ਉਹਨੂੰ ਫੈਟ ਨੂੰ ਤੋੜਨ ਵਾਸਤੇ, ਉਹਦੇ ਛੋਟੇ ਕਣਾਂ ਵਿੱਚ ਤੋੜਨ ਵਾਸਤੇ ਤੇ ਉਹ ਬਾਈਲ ਰਿਲੀਜ਼ ਕਰਦਾ ਹੈਗਾ। ਜਿਹੜਾ ਤਾਂ ਬਾਈਲ ਆਪਾਂ ਨੂੰ ਸਿਸਟਮ ਦੇ ਵਿੱਚ ਚਲਿਆ ਗਿਆ, ਡਿਊਡੀਨਮ ਦੇ ਵਿੱਚ ਚਲਿਆ ਗਿਆ ਜਾਂ ਗਟ ਦੇ ਵਿੱਚ ਚਲਿਆ ਗਿਆ, ਜਿਹਨੇ ਉੱਥੇ ਜਾ ਕੇ ਕੰਮ ਕਰਨਾ ਹੈਗਾ, ਉਹ ਕੰਮ ਕਰਦਾ ਹੈਗਾ। ਜਿਹੜਾ ਬਾਕੀ ਜਿਹੜਾ ਬਚ ਜਾਂਦਾ ਹੈਗਾ ਉਹਨੂੰ ਸਟੋਰ ਕਰਨ ਵਾਸਤੇ ਸਾਡੇ ਵਾਸਤੇ ਇੱਕ ਰੈਜ਼ਰਵਾਇਰ, ਛੋਟਾ ਜਿਹਾ ਰੈਜ਼ਰਵਾਇਰ ਹੈਗਾ, ਜਿਹੜਾ ਕਿ ਉਹਦਾ ਨਾਮ ਪਿੱਤਾ ਕਹਿ ਸਕਦੇ ਹਾਂ, ਗਾਲ ਬਲੈਡਰ ਕਹਿ ਦਿੰਦੇ ਆ ਉਹਨੂੰ, ਕਿਉਂਕਿ ਉਹਦੀ ਸ਼ੇਪ ਬਲੈਡਰ ਵਰਗੀ, ਅੰਦਰੋਂ ਹੌਲੋ ਹੈਗਾ। ਤੇ ਉਹ ਇੱਕ ਨਾਸ਼ਪਾਤੀ ਜਿਸ ਤਰ੍ਹਾਂ ਆਪਣੀ ਹੁੰਦੀ ਹੈ, ਪੇਅਰ ਸਾਈਜ਼ ਦਾ, ਪੇਅਰ ਦੀ ਸ਼ੇਪ ਦਾ ਹੁੰਦਾ ਹੈਗਾ ਤੇ 4 ਇੰਚ ਉਹਦਾ ਡਾਇਆਮੀਟਰ ਹੁੰਦਾ ਜੀ। ਤੇ ਉਹਦਾ ਫੰਕਸ਼ਨ ਇਹੀ ਹੈਗਾ ਵੀ ਜਿਹੜਾ ਬਾਈਲ ਨੂੰ ਸਟੋਰ ਕਰਨਾ। ਪਰ ਸਮਾਂ ਪਾ ਕੇ ਜਿਹੜਾ ਉਹਦੇ ਵਿੱਚ ਜਿਹੜੇ ਬਾਈਲ ਪਿਗਮੈਂਟੇਸ਼ਨਸ ਹੁੰਦੇ ਆ ਜਾਂ ਜਿਹੜੀਆਂ ਬਿਲੀਰੂਬਿਨਸ ਹੁੰਦੀਆਂ, ਜਿਹੜੇ ਬਾਡੀ ਦੇ ਸਾਲਟਸ ਹੁੰਦੇ ਆ ਜਾਂ ਕੋਲੈਸਟਰੋਲ ਹੁੰਦੇ ਆ, ਉਹ ਉਹਦੇ ਵਿੱਚ ਜਮਾ ਮਤਲਬ ਰਹਿਣੇ ਨਹੀਂ ਚਾਹੀਦੇ, ਉਹ ਖਾਲੀ ਹੋਣਾ ਚਾਹੀਦਾ। ਸਮਾਂ ਪਾ ਕੇ ਉਹਦੇ ਵਿੱਚ ਥੋੜਾ ਥੋੜਾ ਸਲੱਜ ਜਿਹਾ ਰਹਿਣਾ ਸ਼ੁਰੂ ਹੋ ਜਾਂਦਾ। ਫਿਰ ਉਹ ਹੌਲੀ ਹੌਲੀ ਅੱਗੇ ਜਾ ਕੇ ਕ੍ਰਿਸਟਲਾਈਜ਼ ਹੋ ਕੇ ਉਹ ਇੱਕ ਸਟੋਨ ਦੀ, ਪੱਥਰੀ ਦੀ ਸ਼ੇਪ ਦੇ ਵਿੱਚ ਉਹ ਢਾਲ ਲੈਂਦਾ ਹੈਗਾ। ਤੇ ਜਿਹੜੀ ਪੱਥਰੀ ਹੈਗੀ ਆ, ਤੁਹਾਨੂੰ ਪਤਾ ਫਿਰ ਉਹ ਪ੍ਰੋਬਲਮ ਕਰ ਸਕਦੀ ਹੈ, ਕਿਉਂਕਿ ਅਗਰ ਉਹ ਬਾਈਲ ਡੈਕਟ ਦੇ ਵਿੱਚ ਅੜ ਜਾਂਦੀ ਹੈਗੀ ਹੈ ਤਾਂ ਜਿਹੜਾ ਬਾਈਲ ਦੇ ਫਲੋ ਨੂੰ ਰੋਕਦੀ ਹੈ, ਉਹਨਾਂ ਕੇਸਿਸ ਦੇ ਵਿੱਚ ਉਹ ਕਈ ਵਾਰੀ ਐਮਰਜੈਂਸੀ ਸਰਜਰੀ ਕਰਨੀ ਪੈਂਦੀ ਹੈ। ਪਰ ਅਗਰ ਥੋੜਾ ਬਹੁਤ ਆਪਾਂ ਖਿਆਲ ਰੱਖੀਏ ਤਾਂ ਇਹਨਾਂ ਚੀਜ਼ਾਂ ਨੂੰ ਮਤਲਬ ਅਵੋਇਡ ਕੀਤਾ ਜਾ ਸਕਦਾ, ਆਪਣੀ ਖਿਆਲ ਰੱਖ ਕੇ। ਜੀ ਜਿਵੇਂ ਹੁਣ ਗਾਲ ਸਟੋਨ ਅਸੀਂ ਬਹੁਤ ਵਾਰੀ ਸੁਣਦੇ ਹੈਗੇ ਆ, ਉਹਦੇ ਸਿੰਪਟਮਸ ਕੀ ਹੁੰਦੇ ਨੇ, ਕਿਵੇਂ ਪਤਾ ਲੱਗਦਾ ਹੈ ਕਿ ਗਾਲ ਸਟੋਨ ਹੈਗੇ ਨੇ, ਜਾਂ ਫਿਰ ਸਾਨੂੰ ਕਿਵੇਂ ਡਾਇਗਨੋਸਟਿਕ ਕਿਵੇਂ ਕਰਦੇ ਹੈਗੇ, ਡਾਕਟਰ ਕੋਲ ਕਦੋਂ ਜਾਣਾ ਚਾਹੀਦਾ? ਹਾਂਜੀ, ਮੋਸਟਲੀ ਤਾਂ ਜਿਹੜੇ ਗਾਲ ਸਟੋਨਸ ਹੁੰਦੇ ਆ ਉਹ ਸਿੰਪਟਮਲੈਸ ਹੁੰਦੇ। ਕਈ ਵਾਰੀ ਕੋਈ ਸਿੰਪਟਮਸ ਨਹੀਂ ਹੁੰਦੇ, ਤੁਸੀਂ ਕਿਸੇ ਹੋਰ ਕਾਰਨ ਕਰਕੇ ਕੋਈ ਅਲਟਰਾਸਾਊਂਡ ਵਗੈਰਾ ਕਰਵਾਉਣੇ ਹੈਗੇ ਆ ਤਾਂ ਤੁਹਾਨੂੰ ਡਾਕਟਰ ਦੱਸਦੇ ਹੈਗੇ ਆ ਵੀ ਤੁਹਾਡੇ ਗਾਲ ਬਲੈਡਰ ਦੇ ਵਿੱਚ ਸਟੋਨ ਹੈਗੇ ਆ। ਕਈ ਵਾਰੀ ਛੋਟੇ ਮੋਟੇ ਸਟੋਨ ਹੁੰਦੇ ਆ, ਕੋਈ ਸਿੰਪਟਮਸ ਨਹੀਂ ਹੁੰਦੇ, ਤੁਸੀਂ ਉਹਨੂੰ ਇਗਨੋਰ ਵੀ ਕਰ ਸਕਦੇ ਹੈਗੇ ਆ, ਕੋਈ ਉਹਦੇ ਵਾਸਤੇ ਜ਼ਰੂਰੀ ਨਹੀਂ ਹੁੰਦਾ ਵੀ ਟ੍ਰੀਟਮੈਂਟ ਹੀ ਕਰਵਾਉਣਾ। ਔਰ ਕਈ ਵਾਰੀ ਉਹ ਆਪਣੇ ਆਪ ਵੀ ਉਹ ਨਿਕਲ ਜਾਂਦੇ ਹੈਗੇ ਆ। ਪਰ ਅਗਰ ਉਹ ਟੈਨਿਸ ਬਾਲ ਦੀ ਸਾਈਜ਼ ਦੇ ਵੀ ਹੈਗੇ ਆ, ਜਾਂ ਛੋਟਾ ਕਿਣਕਾ ਜਿੱਦਾਂ ਸੈਂਡ ਦਾ ਗ੍ਰੈਵਲ ਹੁੰਦਾ, ਉਹਦੇ ਵੀ ਹੋ ਸਕਦੇ ਆ। ਉਹ 2 ਮਿਲੀਮੀਟਰ ਵੀ ਹੋ ਸਕਦੇ ਆ, 5 ਮਿਲੀਮੀਟਰ ਵੀ ਹੋ ਸਕਦੇ ਆ। ਤੇ ਅਗਰ ਤਾਂ ਉਹ ਕੋਈ ਸਿੰਪਟਮਸ ਨਹੀਂ ਉਹ ਪ੍ਰੋਡਿਊਸ ਕੀਤੇ, ਯੂ ਆਰ ਓਕੇ। ਅਗਰ ਉਹ ਬਹੁਤੇ ਵੱਡੇ ਹੈਗੇ ਆ, ਜਾਂ ਤੁਹਾਨੂੰ ਨੋਜ਼ੀਆ ਫੀਲ ਹੋ ਰਿਹਾ, ਜਾਂ ਸਡਨ ਪੇਨ ਹੋਈ ਹੈਗੀ ਆ, ਡਾਇਰੀਆ ਹੋ ਗਿਆ, ਜਾਂ ਕੌਂਸਟੀਪੇਸ਼ਨ ਹੋ ਗਈ, ਜਾਂ ਜੌਂਡਿਸ ਹੋ ਗਿਆ,
ਕਈ ਵਾਰੀ ਉਹ ਫਿਰ ਉਹਦੀ ਪ੍ਰੋਬਲਮ ਕਰਕੇ ਹੁੰਦੇ ਆ। ਉਹਨਾਂ ਕੇਸਿਸ ਦੇ ਵਿੱਚ ਉਹ ਜ਼ਰੂਰੀ ਹੋ ਜਾਂਦਾ ਵੀ ਉਹਨਾਂ ਨੂੰ ਤੁਸੀਂ ਜ਼ਰੂਰ ਰਿਮੂਵ ਕਰਵਾਓ, ਵੈਦਰ ਵਾਈਜ਼ ਸਰਜਰੀ ਔਰ ਬਾਈ ਟੇਕਿੰਗ ਦ ਟ੍ਰੀਟਮੈਂਟ। ਰਿਸਕ ਤੇ ਕਿਹੜੇ ਲੋਕ ਹੁੰਦੇ ਆ ਜਿਨ੍ਹਾਂ ਦੇ ਕੋਲ, ਜਿੱਦਾਂ ਤੁਸੀਂ ਕਿਹਾ ਕਿ ਡਿਫਰੈਂਟ ਸਾਈਜ਼ਸ ਹੁੰਦੇ ਹੈਗੇ ਆ, ਸੋ ਕਿ ਜਿਨ੍ਹਾਂ ਦੇ ਕੋਲ ਜਿਵੇਂ ਕਈ ਵਾਰ ਹੁਣ ਤੁਹਾਨੂੰ ਪਤਾ ਹੈਗਾ ਕਿ ਸਿੰਪਟਮਲੈਸ ਵੀ ਹੁੰਦੇ ਹੈਗੇ ਆ, ਰਿਸਕ ਤੇ ਕਿਹੜੇ ਪੀਪਲ ਹੈਗੇ ਆ ਜਿਨ੍ਹਾਂ ਨੂੰ ਜ਼ਿਆਦਾ ਸਿੰਪਟਮਸ ਹੈਗੇ ਨੇ, ਜਾਂ ਜਿਨ੍ਹਾਂ ਦੇ ਕੋਲੇ ਜ਼ਿਆਦਾ ਸਾਈਜ਼ ਦੀ ਹੈਗੀਆਂ ਨੇ, ਜਾਂ ਛੋਟੀ ਜਿਨ੍ਹਾਂ ਦੀ ਸਾਈਜ਼ ਵੀ ਹੈਗਾ ਪਰ ਫਿਰ ਵੀ ਉਹ ਰਿਸਕ ਤੇ ਹੁੰਦੇ ਆ? ਹਾਂਜੀ, ਪਹਿਲਾਂ ਤਾਂ ਫੀਮੇਲਸ ਜ਼ਿਆਦਾ ਰਿਸਕ ਤੇ ਹੈਗੀਆਂ ਮੇਲਸ ਦੇ ਨਾਲੋਂ। ਵੀ ਡੋਂਟ ਨੋ ਵੀ ਐਗਜ਼ੈਕਟ ਰੀਜ਼ਨ ਕੀ ਹੈ ਫੀਮੇਲਸ ਦਾ, ਪਰ ਜਿਹੜੀਆਂ ਫੀਮੇਲਸ ਕੋਈ ਬਰਥ ਕੰਟਰੋਲ ਪਿਲਸ ਦੇ ਹੈਗੀਆਂ ਜਾਂ ਹਾਰਮੋਨ ਰਿਪਲੇਸਮੈਂਟ ਥੈਰੇਪੀ ਤੇ ਹੈਗੀਆਂ, ਓਵਰ 40 ਹੈਗੀਆਂ, ਉਹਨਾਂ ਨੂੰ ਜ਼ਿਆਦਾ ਚਾਂਸਸ ਹੁੰਦੇ ਆ ਮੇਲਸ ਨਾਲੋਂ। ਇਹ ਡਜ਼ਨਟ ਮੀਨ ਦੈਟ ਵੀ ਬੰਦਿਆਂ ਨੂੰ ਨਹੀਂ ਹੋ ਸਕਦਾ, ਬੰਦਿਆਂ ਨੂੰ ਵੀ ਹੁੰਦਾ, ਪਰ ਪਰਸੈਂਟੇਜ ਆਫ ਵਿਮਨਸ ਇਜ਼ ਹਾਇਰ। ਪ੍ਰੈਗਨੈਂਸੀ ਦੇ ਦੌਰਾਨ ਵੀ ਹੋ ਸਕਦਾ ਗਾਲ ਸਟੋਨਸ। ਔਰ ਜਿਹੜੇ ਲੋਕੀ ਅਬੀਜ਼ ਹੈਗੇ ਆ, ਜਾਂ ਜਿਹੜੇ ਲੋਕੀ ਇੱਕਦਮ ਵੀ ਕਈ ਵਾਰੀ ਆਪਾਂ ਸੋਚਦੇ ਹਾਂ ਵੀ ਬਹੁਤ ਡਰਾਸਟਿਕਲੀ weight ਰਿਡਿਊਸ ਕਰ ਲੈਂਦੇ ਹੈਗੇ, ਭਾਰ ਘਟਾਉਣ ਵਾਸਤੇ ਆਪਾਂ ਇੱਕਦਮ ਜਿਹੜੀ ਹਾਈ ਫਾਈਬਰ ਤੇ ਜਿਹੜੀ ਲੋ ਪ੍ਰੋਟੀਨ ਡਾਈਟ ਹੈ, ਜਿਨ੍ਹਾਂ ਦੇ ਵਿੱਚ 800 ਕੈਲਰੀਜ਼ ਤੋਂ ਘੱਟ ਦੀ ਡਾਈਟ ਹੈਗੀ ਆ, ਇੱਕਦਮ ਆਪਾਂ weight ਜਿਹੜਾ ਡਰਾਸਟਿਕ weight loss ਵੀ ਇਹਦਾ ਕਾਰਨ ਬਣ ਸਕਦਾ ਹੈਗਾ। ਤੇ ਸਿਰੋਸਿਸ ਆਫ ਲਿਵਰ ਇੱਕ ਬਿਮਾਰੀ ਹੁੰਦੀ ਹੈ ਜਿਗਰ ਦੀ, ਉਹਦੇ ਕਰਕੇ ਵੀ ਇਹ ਗਾਲ ਜ਼ਿਆਦਾ ਬਣਨ ਦੀ ਸੰਭਾਵਨਾ ਰਹਿੰਦੀ ਹੈ। ਜਿਹੜੇ ਗਾਲ ਸਟੋਨਸ ਹੈਗੇ ਆ ਇਹ ਆਪਣੇ ਆਪ ਵੀ ਬੋਡੀ ਚੋਂ ਨਿਕਲ ਜਾਂਦੇ ਆ, ਜਾਂ ਆਪਰੇਸ਼ਨ ਹੀ ਇਹਦਾ, ਸਰਜਰੀ ਹੀ ਇਹਦਾ ਲਾਸਟ ਕਿਉਰ ਹੋ ਸਕਦਾ? ਜਿਹੜੇ ਤਾਂ ਛੋਟੇ ਹੈਗੇ ਆ ਸਟੋਨਸ, ਉਹ ਤਾਂ ਈਜ਼ੀਲੀ ਦੈਟ ਕੈਨ ਬੀ ਮੈਨੂਵਰਡ ਔਰ ਦੈਟ ਕੈਨ ਬੀ ਟੇਕਨ ਆਊਟ। ਜਿਹੜੇ ਵੱਡੇ ਸਟੋਨਸ ਦੇ ਵਿੱਚ ਹੁੰਦੇ ਹੈਗੇ ਆ, ਉਹਨਾਂ ਦੇ ਵਿੱਚ ਕਈ ਵਾਰੀ ਉਹਨਾਂ ਨੂੰ ਸਮੈਸ਼ ਕਰਨਾ ਪੈਂਦਾ, ਜਾਂ ਉਹਨਾਂ ਨੂੰ ਸਾਊਂਡ ਵੇਵਸ ਦੇ ਨਾਲ ਤੋੜਦੇ ਹੈਗੇ ਆ ਜੀ, ਤੇ ਫਿਰ ਉਹ ਜਾ ਕੇ ਪਾਸ ਹੁੰਦੇ ਹੈਗੇ ਆ। ਵੱਡੇ ਸਟੋਨ ਨਹੀਂ ਨਿਕਲ ਸਕਦੇ ਉਹਨਾਂ ਦੇ ਵਿੱਚ। ਕਈ ਵਾਰੀ ਇਹ ਹੁੰਦਾ ਹੈਗਾ ਵੀ ਟੋਟਲੀ ਤੁਹਾਨੂੰ ਇੱਥੇ ਮੋਸਟਲੀ ਜਿਹੜੀਆਂ ਐਵਰੀ ਈਅਰ 250,000 ਦੇ ਕਰੀਬ ਜਿਹੜੀਆਂ ਗਾਲ ਬਲੈਡਰ ਸਰਜਰੀਜ਼ ਹੁੰਦੀਆਂ, ਜਿਨ੍ਹਾਂ ਦੇ ਵਿੱਚ ਗਾਲ ਬਲੈਡਰ ਹੀ ਰਿਮੂਵ ਕਰ ਦਿੱਤਾ ਜਾਂਦਾ, ਜਿਹੜਾ ਕਿ ਮੈਜੋਰਟੀ ਆਫ ਦਾ ਕੇਸਿਸ ਦੇ ਵਿੱਚ ਅਵੋਇਡ ਕੀਤਾ ਜਾ ਸਕਦਾ ਹੁੰਦਾ। ਗਾਲ ਬਲੈਡਰ ਜਿੱਦਾਂ ਹੁਣ ਬਹੁਤ ਵਾਰੀ ਸੁਣਿਆ ਹੈਗਾ, ਮੇਰੇ ਮਦਰ ਦਾ ਵੀ ਰਿਮੂਵ ਕੀਤਾ ਹੈ ਬਿਕਾਜ਼ ਆਫ ਦ ਗਾਲ ਸਟੋਨਸ। ਤਾਂ ਹੁਣ ਜਦੋਂ ਰਿਮੂਵ ਕੀਤਾ ਹੁੰਦਾ ਹੈ, ਕਈ ਵਾਰੀ ਹੁੰਦਾ ਹੈ ਕਿ ਤੁਸੀਂ ਜ਼ਿਆਦਾ ਫੈਟੀ ਚੀਜ਼ਾਂ ਨਹੀਂ ਖਾ ਸਕਦੇ ਹੁੰਦੇ, ਹੋਰ ਬੋਡੀ ਤੇ ਕੀ ਅਸਰ ਹੁੰਦਾ ਹੈ ਜੇ ਗਾਲ ਬਲੈਡਰ ਰਿਮੂਵ ਕੀਤਾ ਜਾਵੇ ਤਾਂ? ਉਹਦੇ ਵਿੱਚ ਕੀ ਹੁੰਦਾ ਹੈਗਾ ਜੀ, ਪਹਿਲਾਂ ਤਾਂ ਫੈਟੀ ਸਟੂਲਸ ਹੈ ਹੋ ਸਕਦੇ ਆ, ਅਨਡਾਈਜੈਸਟਡ ਸਟੂਲ ਹੋ ਸਕਦੇ, ਜਦੋਂ ਵੀ ਉਹ ਥੋੜਾ, ਕਿਉਂਕਿ ਉਹਨਾਂ ਦੇ ਵਿੱਚ ਮੈਕੈਨਿਜ਼ਮ ਨਹੀਂ ਜਿਹੜਾ ਕਿ ਬੈਕਅਪ ਹੈਗਾ ਤੁਹਾਡਾ, ਜਿਹੜਾ ਸਟੋਰ ਕਰਨਾ ਬਾਈਲ ਨੂੰ, ਕਿਉਂਕਿ ਬਾਈਲ ਦੇ ਨਾਲ ਜਦੋਂ ਵੀ ਤੁਸੀਂ ਕੋਈ ਫੈਟ ਵਾਲੀ ਚੀਜ਼ ਖਾਓਗੇ, ਜਾਂ ਉਹ ਜ਼ਿਆਦਾ ਖਾਣਗੇ ਫੈਟ ਜਾਂ ਸ਼ੂਗਰ ਜ਼ਿਆਦਾ ਖਾਣਗੇ, ਤਾਂ ਉਹਨਾਂ ਨੂੰ ਡਾਇਰੀਆ ਵਗੈਰਾ ਹੋ ਸਕਦਾ ਹੈਗਾ। ਤੇ ਕਈ ਵਾਰੀ ਪੇਨ ਵੀ ਜਿਹੜੀ ਹੈਗੀ ਆ ਉਹ ਕਿਉਂਕਿ ਥੋੜੀ ਬਹੁਤੀ ਸਕੈਰਿੰਗ ਹੋ ਜਾਂਦੀ ਹੈ, ਉਹਦੇ ਕਰਕੇ ਪੇਨ ਵੀ ਹੋ ਸਕਦੀ ਹੈਗੀ ਹੈ, ਨੋਸ਼ੀਏਟਡ ਫੀਲਿੰਗ ਹੋ ਸਕਦੀ ਹੈ। ਔਰ ਕਈ ਵਾਰੀ ਕਈ ਸਰਟਨ ਫੂਡਸ ਉਹਨਾਂ ਨੂੰ ਅਵੋਇਡ ਹੀ ਕਰਨੇ ਪੈਂਦੇ ਆ, ਤੇ ਉਹਨਾਂ ਦੇ ਸੋਰਨੈਸ ਜਿਹੜੀ ਹੈਗੀ ਆ ਅਪਰ ਰਾਈਟ ਹੈਂਡ ਸਾਈਡ ਦੇ ਉੱਤੇ ਜਿਹੜੇ ਅਬਡੋਮਨ ਦੇ ਵਿੱਚ, ਉਹ ਰਹਿਣ ਦੀ ਸੰਭਾਵਨਾ ਵੱਧ ਜਾਂਦੀ ਹੈਗੀ ਹੈ। ਜਿਵੇਂ ਤੁਸੀਂ ਹੋਮਿਓਪੈਥਿਕ ਡਾਕਟਰ ਹੈਗੇ ਹੋ, ਤੇ ਹੋਮਿਓਪੈਥਿਕ ਟ੍ਰੀਟਮੈਂਟ ਕੋਈ ਹੈਗੀ ਹੈ ਕਿ ਬਿਨਾਂ ਆਪਰੇਸ਼ਨ ਤੋਂ ਜਾਂ ਬਿਨਾਂ ਸਰਜਰੀ ਤੋਂ ਗਾਲ ਬਲੈਡਰ ਦੇ ਜਿਹੜੇ ਸਟੋਨ ਹੈਗੇ ਆ, ਗੈਲ ਸਟੋਨਸ, ਉਹ ਰਿਮੂਵ ਕੀਤੇ ਜਾਣ? ਹਾਂਜੀ, ਕਿਉਂਕਿ ਕਈ ਕੇਸਿਸ ਦੇ ਵਿੱਚ ਜਿਨ੍ਹਾਂ ਦੇ ਵਿੱਚ ਇੰਫੈਕਸ਼ਨ ਹੋ ਜਾਂਦੀ ਹੈਗੀ ਹੈ, ਜਾਂ ਜਿਹੜਾ ਗਾਲ ਸਟੋਨ ਹੈਗਾ ਉਹ ਲੌਜ ਹੋ ਜਾਂਦਾ ਹੈਗਾ ਕਾਮਨ ਬਾਈਲ ਡਕਟ ਦੇ ਵਿੱਚ, ਜਿਹੜੀ ਕਿ ਅੱਗੇ ਡਿਊਡੀਨਲ ਨੂੰ ਬਾਈਲ ਭੇਜਦੀ ਹੈਗੀ ਆ ਉਹਨੂੰ ਫੈਟ ਦੇ ਮੈਟਾਬੋਲਿਜ਼ਮ ਨੂੰ ਠੀਕ ਕਰਨ ਵਾਸਤੇ, ਉਹਨਾਂ ਕੇਸਿਸ ਦੇ ਵਿੱਚ ਤਾਂ ਸਰਜਰੀ ਜ਼ਰੂਰੀ ਹੁੰਦੀ ਹੈਗੀ ਹੈ। ਪਰ ਅਗਰ ਉਹ ਦੇ ਆਰ ਸਿਟਿੰਗ ਦੇਅਰ ਇਨ ਯੂਰ ਗਾਲ ਬਲੈਡਰ, ਤੇ ਛੋਟੇ ਸਟੋਨਸ ਹੈਗੇ ਆ, ਉਹਨਾਂ ਨੂੰ ਸੇਫਲੀ ਅਸੀਂ ਹੋਮਿਓਪੈਥਿਕ ਦਵਾਈਆਂ ਦੇ ਨਾਲ ਮਤਲਬ ਰਿਮੂਵ ਕਰ ਸਕਦੇ ਹੈਗੇ ਆ। ਔਰ ਕਾਫੀ ਗੁੱਡ ਰਿਜ਼ਲਟਸ ਹੈਗੇ ਆ ਹੋਮਿਓਪੈਥਿਕ ਦੀਆਂ ਦਵਾਈਆਂ, ਜਿਸ ਤਰ੍ਹਾਂ ਲਾਈਕੋਪੋਡੀਅਮ ਹੋਈ, ਕਾਰਡੂਅਸ ਮੈਰੀਨਸ ਹੋਈ, ਕੈਲੀਡੋਨਮ ਹੋਈ, ਜਿਹੜੀਆਂ ਕਿ ਡਿਫਰੈਂਟ ਪੋਟੈਂਸੀ 'ਚ ਅਸੀਂ ਵਰਤਦੇ ਹੈਗੇ ਆ। ਔਰ ਹੋਰ ਵੀ ਪ੍ਰੋਟੋਕੋਲ ਹੈਗੇ ਆ ਜਿਨ੍ਹਾਂ ਦੇ ਵਿੱਚ ਜਿਹੜਾ ਸਲੱਜ ਜਿਹੜਾ ਵੇਟ ਕਰ ਰਿਹਾ ਕਿਸੇ ਦਿਨ ਨੂੰ ਸਟੋਨ ਬਣਨ ਨੂੰ, ਕਿਉਂਕਿ ਸਟੋਨ ਬਣਨ ਨੂੰ ਇੱਕ ਦਿਨ ਨਹੀਂ ਲੱਗਦਾ ਅਰਸ਼ੀ, ਇਹ 6 ਤੋਂ 7 ਸਾਲ ਉਹਨੂੰ ਡਿਵੈਲਪ ਹੋਣ ਨੂੰ, ਸਟੋਨਸ ਨੂੰ ਲੱਗਦੇ ਹੈਗੇ ਆ। ਹੌਲੀ ਹੌਲੀ ਉਹ ਜਿਹੜੇ ਕ੍ਰਿਸਟਲ ਆ ਉਹ ਇਕੱਠੇ ਹੁੰਦੇ ਜਾਂਦੇ ਆ, ਫਿਰ ਉਹ ਜਾ ਕੇ ਕਿਤੇ ਜਿਹੜਾ ਸੋਲਿਡਿਫਿਕੇਸ਼ਨ ਹੋ ਜਾਂਦੀ ਉਹਨਾਂ ਦੀ। ਤੇ ਇਸ ਕਰਕੇ ਹੋਮਿਓਪੈਥਿਕ ਦੇ ਵਿੱਚ ਅਗਰ ਸੈਕੰਡ ਓਪੀਨੀਅਨ ਲਿਆ ਜਾਵੇ, ਮੈਜੋਰਟੀ ਆਫ ਕੇਸਿਸ ਦੇ ਵਿੱਚ ਅਸੀਂ ਗੁੱਡ 40 to 50% ਕੇਸਿਸ ਦੇ ਵਿੱਚ
ਜਿਹੜੀਆਂ ਗਾਲ ਬਲੈਡਰ ਰਿਮੂਵਲ ਦੀਆਂ ਸਰਜਰੀਜ਼ ਆ ਉਹ ਘਟਾ ਸਕਦੇ ਹਾਂ। ਜਿਵੇਂ ਫੂਡਸ ਦੀ ਤੁਸੀਂ ਗੱਲ ਕੀਤੀ ਸੀਗੀ, ਫੂਡਸ ਵੀ ਜਿਹੜਾ ਹੈ ਉਹ ਗਾਲ ਸਟੋਨਸ ਬਣਾਉਣ ਦੇ ਵਿੱਚ ਕਰ ਸਕਦੇ ਆ ਕਿ ਜਿਹੜੇ ਫੂਡ ਖਾਣ ਦੇ ਨਾਲ ਗਾਲ ਸਟੋਨ ਬਣਦੇ ਆ। ਜਿਹੜੇ ਹਾਈ ਕੋਲੈਸਟਰੋਲ ਫੂਡਸ ਹੈਗੇ ਆ ਜਾਂ ਜਿਨ੍ਹਾਂ ਦੇ ਵਿੱਚ ਜ਼ਿਆਦਾ ਫੈਟ ਵਗੈਰਾ ਹੈਗੀ ਆ, ਔਰ ਜਿਹੜੇ ਲੋਕਾਂ ਨੂੰ ਜਿਹੜੇ ਫੂਡ ਖਾ ਕੇ ਕੋਲੈਸਟਰੋਲ ਜਾਂ ਟ੍ਰਾਈਗਲਿਸਰਾਈਡਸ ਉਹਨਾਂ ਦੇ ਵੱਧਦੇ ਹੈਗੇ ਆ, ਉਹ ਚੀਜ਼ ਅਵੋਇਡ ਕਰਨੀ ਚਾਹੀਦੀ ਹੈ। ਔਰ ਜਿਹੜੇ ਲੋਕਾਂ ਦਾ HDL ਜਿਹੜਾ ਗੁੱਡ ਕੋਲੈਸਟਰੋਲ ਹੈ ਉਹ ਨੰਬਰ ਲੋ ਹੈਗਾ 40 ਤੋਂ, ਉਹਨਾਂ ਕੇਸਿਸ ਦੇ ਵਿੱਚ ਜ਼ਿਆਦਾ ਰਿਸਕ ਹੁੰਦਾ ਹੈਗਾ, ਔਰ ਉਹਨਾਂ ਨੂੰ ਉਸ ਤਰ੍ਹਾਂ ਦਾ ਫੂਡ ਨਹੀਂ ਖਾਣਾ ਚਾਹੀਦਾ ਜਿਹੜਾ ਉਹਦੇ ਨਾਲ ਉਹਨਾਂ ਦੀਆਂ ਟ੍ਰਾਈਗਲਿਸਰਾਈਡਸ ਹੋਰ ਵਧਣ ਜੀ। ਤੇ ਜਾਂ ਕੁਛ ਇਸ ਤਰ੍ਹਾਂ ਦੇ ਫੂਡਸ ਹੁੰਦੇ ਆ ਜਿਸ ਤਰ੍ਹਾਂ ਆਕਜ਼ਾਲੇਟਸ ਹੈ, ਟਮੇਟੋਜ਼ ਵਗੈਰਾ ਹੈਗੇ ਆ, ਮੋਡਰੇਟਲੀ ਤੁਸੀਂ ਖਾ ਸਕਦੇ ਆ ਜੇ ਵਨਸ ਇਨ ਏ ਵਾਈਲ ਖਾਂਦੇ ਆ, ਇਹ ਨਹੀਂ ਵੀ ਤੁਸੀਂ ਉਹ ਮੋਡਰੇਟ ਤੋਂ ਜ਼ਿਆਦਾ ਖਾਓ। ਨਾਲ ਅਸੀਂ ਜਿਵੇਂ ਫੂਡਸ ਦੀ ਗੱਲ ਕਰ ਰਹੇ ਹੈਗੇ ਕਿ ਕਿਹੜੇ ਅਵੋਇਡ ਕਰ ਲੈਣੇ ਚਾਹੀਦੇ ਆ। ਕਹਿੰਦੇ ਜੇ ਤੁਹਾਨੂੰ ਡਾਇਗਨੋਸ ਹੋ ਜਾਂਦਾ ਹੈਗਾ ਕਿ ਤੁਹਾਨੂੰ ਗਾਲ ਸਟੋਨ ਹੈਗੇ ਨੇ, ਤਾਂ ਬਹੁਤ ਸਾਰੀਆਂ ਹੋਮ ਰੈਮੇਡੀਜ਼ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਦੇ ਆ, ਹਰੇਕ ਬਿਮਾਰੀ ਦੇ ਨਾਲ ਉਹ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਕਿ ਘਰੇ ਤੁਸੀਂ ਇਹ ਕਰ ਲਓ। ਕੋਈ ਕਹਿੰਦਾ ਐਪਲ ਸਾਈਡਰ ਵਿਨੇਗਰ ਪੀ ਸਕਦੇ ਹੈਗੇ ਆ, ਓਲਿਵ ਆਇਲ ਦੇ ਵਿੱਚ ਤੁਸੀਂ ਲੈਮਨ ਪਾ ਕੇ ਪੀ ਸਕਦੇ ਆ। ਸੋ ਏਦਾਂ ਦੀਆਂ ਚੀਜ਼ਾਂ ਯੂਜ਼ਫੁਲ ਹੁੰਦੀਆਂ ਨੇ। ਹਾਂਜੀ, ਜਿਹੜਾ ਜਿਸ ਤਰ੍ਹਾਂ ਇਨੀਸ਼ੀਅਲ ਸਟੇਜ ਦੇ ਵਿੱਚ ਜਿਹੜੀਆਂ ਕੇਸਿਸ ਦੇ ਵਿੱਚ ਸਟੋਨਸ ਦੀ ਗਿਣਤੀ ਬਹੁਤ ਥੋੜੀ ਹੈਗੀ ਹੈ ਔਰ ਛੋਟੇ ਸਟੋਨਸ ਹੈ, ਉਹਨਾਂ ਕੇਸਿਸ ਦੇ ਵਿੱਚ ਉਹ ਯੂਜ਼ਫੁਲ ਹੋ ਸਕਦੀਆਂ ਜਿਹੜੇ ਹੋਮ ਰੈਮਡੀਜ਼ ਹੈ। ਜਦੋਂ ਐਡਵਾਂਸ ਸਟੇਜ ਦੇ ਵਿੱਚ ਚਲੇ ਜਾਂਦਾ ਹੈਗਾ ਅਰਸ਼ੀ, ਦੈਨ ਤੁਹਾਨੂੰ ਕਿਸੇ ਐਕਸਪਰਟ ਦੀ ਸਲਾਹ ਲੈਣੀ ਚਾਹੀਦੀ ਹੈ, ਕਿਉਂਕਿ ਇਹਦੇ ਨਾਲ ਤੁਹਾਡਾ ਰਿਸਕ ਹੋ ਸਕਦਾ। ਅਗਰ ਉਹ ਤੁਹਾਡੇ ਇੰਪੈਕਟ ਕਰ ਸਕਦਾ, ਉਹ ਸਟੋਨ ਮੂਵ ਕਰਕੇ ਤੁਹਾਡੇ ਬਾਇਲ ਡਕਟ ਦੇ ਵਿੱਚ ਫਸ ਗਿਆ ਤਾਂ ਮਤਲਬ ਤੁਹਾਨੂੰ ਪ੍ਰੋਬਲਮ ਹੋ ਸਕਦੀ ਹੈ, ਤੁਹਾਡੀ ਜਾਨ ਵੀ ਜਾ ਸਕਦੀ ਹੈ ਉਸ ਕੇਸ ਦੇ ਵਿੱਚ, ਤੇ ਤੁਹਾਨੂੰ ਰਿਸਕ ਹੈਗਾ। ਇਸ ਕਰਕੇ ਵੀ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਵਟ ਯੂ ਆਰ ਡੀਲਿੰਗ ਵਿਦ, ਕਿਸ ਤਰ੍ਹਾਂ ਦੀ ਕੇਸ ਦੇ ਨਾਲ ਤੁਸੀਂ ਡੀਲ ਕਰ ਰਹੇ ਆ, ਜਾਂ ਕਿੱਡਾ ਕੁ ਵੱਡਾ ਸਟੋਨ ਹੈਗਾ ਜਾਂ ਕਿੰਨੇ ਸਟੋਨ ਹੈਗੇ ਆ, ਉਹਦੇ ਹਿਸਾਬ ਨਾਲ ਹੀ ਅਸੀਂ ਕਿਉਂਕਿ ਹੋਮਿਓਪੈਥਿਕ ਦੇ ਵਿੱਚ ਆਮ ਤੌਰ ਤੇ ਕਿਹਾ ਜਾਂਦਾ ਹੈਗਾ ਵੀ ਜੀ ਅਸੀਂ ਜਿਹੜਾ ਟੈਨਿਸ ਸਾਈਜ਼ ਦਾ ਹੈਗਾ ਸਟੋਨ, nobody can remove even with the homeopathy, ਉਹਨਾਂ ਕੇਸਿਸ ਦੇ ਵਿੱਚ ਸਰਜਰੀ ਇਜ਼ ਦਾ ਬੈਸਟ ਆਪਸ਼ਨ। ਪਰ ਜਿਹੜੇ ਛੋਟੇ ਸਟੋਨਸ ਹੈਗੇ ਆ ਅਪ ਟੂ 7 mm 10 mm, ਉਹ ਅਸੀਂ ਮੇਰੇ ਪ੍ਰੈਕਟਿਸ ਦੇ ਵਿੱਚ ਵੀ ਦੇਖਿਆ ਔਰ ਕਾਫੀ ਹੱਦ ਤੱਕ ਅਸੀਂ ਉਹਨਾਂ ਨੂੰ ਸਕਸੈਸਫੁਲ ਹੋਏ ਹਾਂ। ਅਸੀਂ ਜਿਵੇਂ ਹੁਣ ਤਾਂ ਬਹੁਤ ਘੱਟ ਸੁਣਿਆ ਆ, ਪਰ ਛੋਟੇ ਹੁੰਦੇ ਅਸੀਂ ਜਿਵੇਂ ਬੱਚਿਆਂ ਨੂੰ ਕਹਿੰਦੇ ਹੁੰਦੇ ਸੀ ਤੁਸੀਂ ਮਿੱਟੀ ਖਾਂਦੇ ਹੈਗੇ ਹੋ, ਜਾਂ ਕਈਆਂ ਨੂੰ ਚੌਕ ਖਾਣ ਦੀ ਆਦਤ ਹੁੰਦੀ ਹੈ। ਸੋ ਇਦਾਂ ਦੀਆਂ ਚੀਜ਼ਾਂ ਵੀ ਕਾਜ਼ ਕਰਦੀਆਂ ਨੇ ਤੁਹਾਡੇ ਬਾਡੀ ਦੇ ਅੰਦਰ। ਹਾਂਜੀ, ਉਹ ਤੁਹਾਡੇ ਕਿਡਨੀ ਸਟੋਨਸ ਵਾਸਤੇ ਬਹੁਤਾ ਜਿਹੜਾ ਉਸ ਤਰ੍ਹਾਂ ਦੇ ਹੈਗੇ ਆ ਨਾ, ਜਿਹੜੇ ਚੌਕ ਦੀ ਗੱਲ ਕੀਤੀ ਹੈ ਜਾਂ ਮਿੱਟੀ ਦੀ ਗੱਲ ਕੀਤੀ ਹੈ, ਸਿਲਿਕਾ ਦੀ ਗੱਲ ਕੀਤੀ ਹੈ, ਉਹ ਤੁਹਾਡੇ ਕਿਡਨੀ ਸਟੋਨ ਵਾਸਤੇ ਜ਼ਿਆਦਾ ਹੁੰਦੇ ਆ। ਜਿਹੜੇ ਮੋਸਟਲੀ ਜਿਹੜੇ ਗਾਲ ਸਟੋਨਸ ਹੁੰਦੇ ਆ, ਇਹ ਤੁਹਾਡੇ ਕੋਲੈਸਟਰੋਲ ਜਾਂ ਤੁਹਾਡੇ ਜਿਹੜੇ ਬਾਈਲ ਸਾਲਟਸ ਹੈ, ਜਾਂ ਤੁਹਾਡੇ ਬਿਲੀਰੂਬਿਨ ਇੱਕ ਪਿਗਮੈਂਟੇਸ਼ਨ ਹੁੰਦੀ ਹੈ ਲਿਵਰ ਦੀ, ਉਹਦੇ ਕਰਕੇ ਮੋਸਟਲੀ ਬਣਦੇ ਹੈਗੇ ਆ। ਇਹਦਾ ਉਹਦੇ ਨਾਲ ਨਹੀਂ ਕੋਈ ਰਿਲੇਸ਼ਨਸ਼ਿਪ ਹੈਗਾ ਜੀ। ਸੋ ਕਿੰਨੇ ਸਾਲ ਦੀ ਉਮਰ ਤੱਕ ਜਿਹੜੇ ਗਾਲ ਬਲੈਡਰ ਦੇ ਜਿਹੜੇ ਸਟੋਨ ਹੈਗੇ ਆ, ਉਹ ਬਿਮਾਰੀ ਹੈ ਜਿਹੜੀ ਜਾਂ ਜਿਨ੍ਹਾਂ ਦੇ ਬਣ ਜਾਂਦੇ ਆ ਸਾਹਮਣੇ ਆਉਂਦੇ ਨੇ? ਛੋਟੀ ਉਮਰ ਦੇ ਵਿੱਚ ਵੀ ਮੈਂ ਬਹੁਤ ਲੋਕਾਂ ਨੂੰ ਮੋਸਟਲੀ ਅਸੀਂ ਦੇਖਦੇ ਹੈਗੇ ਹੁੰਦੇ ਆ। ਹਾਂਜੀ, ਮੋਸਟਲੀ 30+ ਕੇਸਿਸ ਦੇ ਵਿੱਚ ਜ਼ਿਆਦਾ ਆਉਂਦੇ ਹੈਗੇ ਆ। ਯੰਗ ਕੇਸਿਸ ਅਸੀਂ ਦੂਜਿਆਂ ਦੇ ਮੁਕਾਬਲੇ ਉਹਨਾਂ ਦੀ ਪ੍ਰਤੀਸ਼ਤ ਬਹੁਤ ਘੱਟ ਹੈਗੀ ਆ। 40+ ਦੇ ਵਿੱਚ ਜ਼ਿਆਦਾ ਚਾਂਸਸ ਵੱਧ ਜਾਂਦੇ ਆ, ਜਾਂ ਵਿਮਨਸ ਜਿਹੜੀਆਂ ਮੈਨੋਪਾਜ਼ ਦੇ ਵਿੱਚ ਹੈਗੀਆਂ ਜਾਂ ਪੈਰੀਮੈਨੋਪਾਜ਼ ਏਜ ਦੇ ਵਿੱਚ ਹੈਗੀਆਂ, ਉਹਨਾਂ ਦੇ ਚਾਂਸਸ ਕਾਫੀ ਵੱਧ ਜਾਂਦੇ ਹੈਗੇ ਆ। ਜਾਂ ਜਿਹੜੀਆਂ ਹਾਰਮੋਨ ਰਿਪਲੇਸਮੈਂਟ ਥੈਰੇਪੀ ਲੈਂਦੀਆਂ, ਜਾਂ ਜਿਹੜੀਆਂ ਯੰਗ ਵਿਮਨਸ ਹੈ ਰੀਪਰੋਡਕਟਿਵ ਏਜ ਦੇ ਵਿੱਚ ਬਰਥ ਕੰਟਰੋਲ ਪਿਲਸ ਵਗੈਰਾ ਲੈਂਦੀਆਂ, ਉਹਨਾਂ ਦੇ ਵਿੱਚ ਚਾਂਸਸ ਵੱਧ ਜਾਂਦੇ ਹੈਗੇ। ਕਿਉਂਕਿ ਜਦੋਂ ਅਸੀਂ ਮੈਂ ਦੇਖਿਆ ਹੈਗਾ ਕਿ ਬਹੁਤ ਸਾਰੀਆਂ ਦੀਆਂ ਜਿਵੇਂ 25+ ਹੈਗੇ ਆ, ਉਹਨਾਂ ਦੇ ਵੀ ਗਾਲ ਬਲੈਡਰ ਜਿਹੜੇ ਰਿਮੂਵ ਹੋਏ ਹੁੰਦੇ ਆ ਯੰਗ ਏਜ ਦੇ ਵਿੱਚ। ਤੇ ਜਦੋਂ ਕਈਆਂ ਦੀ ਜਿਵੇਂ ਤੁਸੀਂ ਕਿਹਾ ਕਿ 40+, 50+ ਦੇ ਵੀ ਜਿਹੜੀਆਂ ਏਦਾਂ ਦੀ ਚੀਜ਼ਾਂ ਸਾਹਮਣੇ ਆਉਂਦੀਆਂ ਹੈਗੀਆਂ ਨੇ, ਰਿਸਕ ਕਿਹੜੇ ਜ਼ਿਆਦਾ ਹੈਗੇ ਆ, 40+ ਵਾਲੇ ਕਿ 25+ ਵਾਲੇ? ਕਿਉਂਕਿ ਉਹ ਯੰਗ ਏਜ ਹੈਗੀ ਆ, ਕੁਛ ਨਾ ਕੁਛ ਖਾਂਦੇ ਰਹਿੰਦੇ ਹੈਗੇ ਆ, ਫੂਡ ਵੀ ਉਦਾਂ ਦੇ ਦੁਬਾਰਾ ਤੋਂ ਖਾਂਦੇ ਰਹਿੰਦੇ ਹੈਗੇ ਆ। ਸੋ ਗਾਲ ਬਲੈਡਰ ਜਿਹੜੀ ਸਪੇਸ ਖਾਲੀ ਰਹਿ ਜਾਂਦੀ ਹੈ, ਉਹਦੇ ਤੇ ਕੀ ਇਫੈਕਟ ਪੈਂਦਾ ਹੈ ਬਾਅਦ ਵਿੱਚ? 40+ ਕੇਸਿਸ ਦੇ ਵਿੱਚ ਪਰਸੈਂਟੇਜ ਨੰਬਰ ਆਫ ਕੇਸਿਸ ਜ਼ਿਆਦਾ ਅਸੀਂ ਦੇਖਦੇ ਹਾਂ ਜੀ ਐਜ਼ ਕੰਪੇਅਰ ਟੂ ਯੰਗਰ ਜਨਰੇਸ਼ਨ ਜੀ। ਤੇ ਉਹਦੇ 'ਚ ਤੁਹਾਡੀਆਂ ਜਿਹੜੀਆਂ ਈਟਿੰਗ ਹੈਬਿਟਸ ਹੈ ਉਹ ਵੀ ਕਾਫੀ ਕਰਦੀਆਂ ਹੈਗੀਆਂ। ਇਫ ਯੂ ਆਰ ਈਟਿੰਗ ਅ ਫੈਟ ਅ ਲੋਟ, ਤੇ ਜਾਂ ਤੁਸੀਂ ਕਈ ਵਾਰੀ ਬੰਦੇ ਓਵਰਵੇਟ ਹੁੰਦੇ ਆ, ਇੱਕਦਮ
ਉਹ 2-3 ਮਹੀਨਿਆਂ ਦੇ ਵਿੱਚ ਹੀ ਭਾਰ ਘਟਾਉਣਾ ਚਾਹੁੰਦੇ ਆ, ਉਹਨਾਂ ਕੇਸਿਸ ਦੇ ਵਿੱਚ ਸਟੋਨ ਬਣਨ ਦੀ ਜ਼ਿਆਦਾ ਸੰਭਾਵਨਾਵਾਂ ਹੁੰਦੀਆਂ ਹੈਗੀਆਂ ਤੇ ਉਹਨਾਂ ਨੂੰ ਸਲੋਲੀ ਮਤਲਬ ਵੀ ਇੱਕਦਮ weight ਘਟਾਉਣਾ ਵੀ ਕਈ ਵਾਰੀ ਡੇਂਜਰਸ ਹੋ ਸਕਦਾ ਹੈਗਾ। ਇਹ ਸੋਚਣਾ ਚਾਹੀਦਾ ਆਪਾਂ ਨੂੰ ਵੀ ਜ਼ਰੂਰ ਕਿਸੇ ਦੀ ਸਲਾਹ ਲੈ ਕੇ ਹੀ ਉਸ ਤਰ੍ਹਾਂ ਦੇ ਤੁਸੀਂ ਜੇ weight loss ਕਰਨਾ ਤਾਂ ਕੀਤਾ ਜਾਵੇ। ਜੇ ਹੁਣ ਜਦੋਂ ਗਾਲ ਬਲੈਡਰ ਦੀ ਅਸੀਂ ਗੱਲ ਕਰਦੇ ਹੈਗੇ ਆ ਸਰਜਰੀ ਤੋਂ ਇਲਾਵਾ ਜਿੱਦਾਂ ਕੋਈ ਜਿਵੇਂ ਹੁਣ ਹੋਮਿਓਪੈਥੀ ਦਾ ਇਲਾਜ ਹੈਗਾ ਆ ਜਾਂ ਹੋਰ ਕੋਈ ਟ੍ਰੀਟਮੈਂਟਸ ਵੀ ਅਸੀਂ ਲੈ ਸਕਦੇ ਹੈਗੇ ਆ ਜਾਂ ਕੋਈ ਏਦਾਂ ਦਾ ਟ੍ਰੀਟਮੈਂਟ ਜਿਹਦੇ ਨਾਲ ਕਿ ਗਾਲ ਬਲੈਡਰ ਦੀ ਸਰਜਰੀ ਕਰਨੀ ਨਾ ਪਵੇ, ਕਿਉਂਕਿ ਬਹੁਤ ਸਾਰੇ ਕੇਸਿਸ 'ਚ ਤੁਸੀਂ ਕਿਹਾ ਹੈਗਾ ਹੈ ਕਿ ਜ਼ਿਆਦਾ ਚਿਰ ਭਾਵੇਂ ਛੋਟੇ ਹੁੰਦੇ ਆ ਆਪਰੇਸ਼ਨ ਸਰਜਰੀਆਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ। ਇਹ ਡਿਫਰੈਂਟ ਮੋਡੈਲਿਟੀਜ਼ ਅਮਨਦੀਪ ਇੱਥੇ ਕਰਦੇ ਹੈਗੇ ਆ, ਕਲੇਮ ਕਰ ਰਹੇ ਹੈਗੇ, ਜਿਸ ਤਰ੍ਹਾਂ ਆਕੂਪੰਕਚਰ ਵਾਲੇ ਆਪਣਾ ਕਹਿ ਰਹੇ ਆ, ਔਰ ਜਿਹੜੀ ਮਸਾਜ ਥੈਰੇਪੀ ਹੈ ਕਈ ਵਾਰੀ ਉਹਦੇ ਨਾਲ ਤੁਸੀਂ ਮਸਾਜ ਕਰਕੇ ਵੀ ਦੇਖਿਆ ਹੋਊਗਾ ਵੀ ਉਹ ਜਿਹੜੇ ਸਟੋਨ ਜਾਂ ਛੋਟੇ ਸਟੋਨਸ ਨੂੰ ਮੈਨੂਵਰ ਕਰਕੇ ਉਹ ਬਾਹਰ ਕੱਢ ਦਿੰਦੇ ਹੈਗੇ ਆ। ਪਰ ਜਿੱਥੋਂ ਤੱਕ ਨੌਨ ਇਨਵੇਸਿਵ ਜਿਹੜੀਆਂ ਟੈਕਨੀਕਸ ਹੈ ਉਹਨਾਂ ਦੇ ਵਿੱਚ ਹੋਮਿਓਪੈਥੀ ਇਜ਼ ਨੰਬਰ 1। ਅਸੀਂ ਦੇਖਿਆ ਹੈਗਾ ਹੋਮਿਓਪੈਥਿਕ ਦੇ ਵਿੱਚ ਵਿਦਿਨ 2 to 3 months ਜਿਹੜੇ ਸਟੋਨਸ ਹੈ ਉਹ ਕਲੀਅਰ ਹੋ ਜਾਂਦੇ ਆ। ਔਰ ਪਹਿਲਾਂ ਬੰਦੇ ਦਾ ਜਿਹੜਾ ਅਲਟਰਾਸਾਊਂਡ ਕਰਵਾਇਆ ਹੁੰਦਾ ਅਸੀਂ ਕੰਪੇਅਰ ਕਰਕੇ ਦੇਖਦੇ ਹਾਂ 3 ਮਹੀਨੇ ਬਾਅਦ ਵਾਲੇ ਨਾਲ, ਤੇ ਉਹਨਾਂ ਦੇ ਜਿਹੜੇ ਗਾਲ ਬਲੈਡਰ ਹੈ ਉਹ ਬਿਲਕੁਲ ਕਲੀਨ ਹੈਗਾ ਤੇ ਉਹ ਸਟੋਨਸ ਉਹਨਾਂ ਦੇ ਮੂਵ ਹੋ ਕੇ ਅੱਗੇ ਬਾਹਰ ਨਿਕਲ ਗਿਆ ਜੀ। ਸੋ ਜ਼ਿਆਦਾ ਜਿਵੇਂ ਤੁਸੀਂ ਕਿਹਾ ਕਿ ਸੈਕੰਡ ਆਪਸ਼ਨ ਹਮੇਸ਼ਾ ਤੁਹਾਨੂੰ ਲੈ ਲੈਣੀ ਚਾਹੀਦੀ ਹੈਗੀ ਹੈ। ਜੀ ਸੈਕੰਡ ਓਪੀਨੀਅਨ ਲੈਣ ਦਾ ਕੋਈ ਹਰਜ ਨਹੀਂ ਹੈਗਾ ਜੀ, ਜੇ ਤੁਹਾਡੇ ਕੋਲੇ ਆਪਸ਼ਨਸ ਅਵੇਲੇਬਲ ਹੈਗੀਆਂ ਤੁਸੀਂ, ਕਿਉਂਕਿ ਸਰਜਰੀ ਦੇ ਵਿੱਚ ਵੀ ਰਿਸਕ ਹੈਗਾ, ਬਲੀਡਿੰਗ ਦਾ ਰਿਸਕ ਹੈਗਾ, ਸਕਾਰਿੰਗ ਦਾ ਰਿਸਕ ਹੈਗਾ। ਹਾਲਾਂਕਿ ਅੱਜ ਕੱਲ੍ਹ ਲੈਪਰੋਸਕੋਪਿਕ ਸਰਜਰੀ ਹੈਗੀ ਆ ਉਹ ਬਹੁਤਾ ਵੱਡਾ ਕੱਟ ਨਹੀਂ ਕਰਦੇ ਹੈਗੇ, ਪਰ ਫਿਰ ਵੀ ਜਿਹੜਾ ਤੁਹਾਡਾ ਕੋਈ ਪਰਮਾਤਮਾ ਨੇ ਜਾਂ ਆਪਾਂ ਜੇ ਗੋਡ ਨੇ ਆਪਾਂ ਮੰਨੀਏ ਤਾਂ ਵੀ ਆਰਗਨ ਕੋਈ ਲਾਇਆ, ਦੇਰ ਇਜ਼ ਅ ਰੀਜ਼ਨ ਫॉर ਇਟ। ਆਪਾਂ ਉਹਨੂੰ people can live normal life even with the gallbladder removal, ਪਰ ਕੋਈ ਨਾ ਕੋਈ ਉਹਨਾਂ ਨੂੰ ਫਿਰ ਵੀ ਮੁਸ਼ਕਲਾਂ ਕਦੇ ਨਾ ਕਦੇ ਆ ਸਕਦੀਆਂ ਹੈਗੀਆਂ। ਤੇ ਕਈ ਵਾਰੀ ਇਹ ਵੀ ਹੁੰਦਾ ਹੈਗਾ ਵੀ ਜਿਹੜੇ ਦੂਸਰੇ ਹੈਗੇ ਆ ਤਰੀਕੇ, ਜਿਸ ਤਰ੍ਹਾਂ ਆਯੁਰਵੇਦਾ ਹੋਇਆ ਹੋਰ ਹੋਇਆ, ਉਹਨਾਂ ਦੇ ਕੰਪੈਰੀਟਿਵਲੀ ਹੋਮਿਓਪੈਥੀ ਦੇ ਵਿੱਚ ਜਿਹੜੀ ਟੈਂਡੈਂਸੀ ਹੈ ਇੱਕ ਵਾਰੀ ਅਸੀਂ ਸਟੋਨ ਰਿਮੂਵ ਕਰ ਦਈਏ ਤਾਂ ਦੁਬਾਰਾ ਜਲਦੀ ਉਹਦੀ ਟੈਂਡੈਂਸੀ ਵੀ ਖਤਮ ਕਰ ਦਿੱਤੀ ਜਾਂਦੀ ਹੈ ਹੋਮਿਓਪੈਥਿਕ ਦਵਾਈਆਂ ਦੇ ਨਾਲ। ਉਹ ਅਗਰ ਉਹ ਟ੍ਰੀਟਮੈਂਟ ਤੋਂ ਬਾਅਦ ਮਹੀਨਾ 2 ਮਹੀਨੇ ਦਵਾਈ ਲੈ ਲੈਣ ਉਹਨਾਂ ਦੀ ਜਿਹੜੀ ਟੈਂਡੈਂਸੀ ਹੋਊਗੀ ਉਹ ਵੀ ਖਤਮ ਹੋ ਜਾਂਦੀ ਹੈਗੀ, ਉਹਨਾਂ ਨੂੰ ਜਲਦੀ ਫਿਰ ਉਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ। अर्ली प्रिकॉशंस की ले सकते हैं कि सानू गॉल ब्लैडर दी समस्या ਜਿਹੜੀ ਹੈ ਜਾਂ ਸਟੋਨਸ ਦੀ ਸਮੱਸਿਆ ਆਵੇ ਹੀ ਨਾ। ਇੱਕ ਤਾਂ ਆਪਣਾ weight ਵਗੈਰਾ ਜਿਹੜਾ ਉਹ ਠੀਕ ਰੱਖਿਆ ਜਾਵੇ ਜੀ, ਜਿਹੜੀ ਫੈਟ ਵਾਲੀਆਂ ਚੀਜ਼ਾਂ ਉਹ ਘੱਟ ਖਾਧੀਆਂ ਜਾਣ, ਔਰ ਜਿਹੜਾ ਸ਼ੂਗਰ ਘੱਟ ਖਾਧਾ ਜਾਵੇ। ਹਾਈ ਫਾਈਬਰ ਡਾਈਟ ਜਿਹਦੇ ਵਿੱਚ ਫਰੂਟਸ ਵੈਜੀਟੇਬਲ ਹੋ ਸਕਦੇ ਆ, ਨਟਸ ਹੋ ਸਕਦੇ ਆ, ਉਹ ਗੁੱਡ ਹੈਗੇ ਆ, ਉਹ ਖਾਧੇ ਜਾਣ। ਔਰ ਜਿਹੜਾ ਐਲਕਲਾਈਨ ਵਾਟਰ ਹੈਗਾ ਇਹ ਵੀ ਕਿਹਾ ਜਾਂਦਾ ਹੈਗਾ ਜਾਂ ਮਿਨਰਲ ਵਾਟਰ ਹੈ ਉਹ ਹੈਲਪ ਕਰਦਾ ਹੈਗਾ, ਜਿਹੜਾ ਸਲੱਜ ਵਗੈਰਾ ਬਿਲਡ ਅਪ ਹੁੰਦਾ ਹੈਗਾ ਗਾਲ ਬਲੈਡਰ ਦੇ ਵਿੱਚ, ਅਲਟੀਮੇਟਲੀ ਜਿਹੜਾ ਕ੍ਰਿਸਟਲਾਈਜ਼ ਹੋ ਕੇ ਅੱਗੇ ਸਟੋਨ ਬਣਦੇ ਹੈਗੇ ਆ। ਅਗਰ ਤੁਹਾਡਾ ਮਿਨਰਲ ਵਾਟਰ ਜਾਂ ਐਲਕਲਾਈਨ ਵਾਟਰ ਤੁਸੀਂ ਪੀਂਦੇ ਆ ਤਾਂ ਉਹਦੇ ਨਾਲ ਵੀ ਹੈਲਪ ਮਿਲ ਸਕਦੀ ਹੈ, ਘੱਟ ਚਾਂਸਿਸ ਹੁੰਦੇ ਆ। ਬਿਲਕੁਲ, ਕਿਉਂਕਿ ਇਹ ਸਮੱਸਿਆ ਬਹੁਤ ਲੋਕਾਂ ਨੂੰ ਜਿਹੜੀ ਹੈਗੀ ਹੈ, ਬਹੁਤ ਸਾਰੀਆਂ ਐਗਜ਼ਾਮਪਲਸ ਸਾਡੇ ਆਸੇ-ਪਾਸੇ ਅਸੀਂ ਦੇਖ ਸਕਦੇ ਹੈਗੇ ਆ। ਕੀ ਮੈਸੇਜ ਹੈਗਾ ਤੁਹਾਡਾ ਉਹਨਾਂ ਨੂੰ ਜਿਨ੍ਹਾਂ ਦਾ ਆਲਰੇਡੀ ਆਪਰੇਸ਼ਨ ਹੋ ਚੁੱਕਿਆ ਹੈਗਾ ਜਾਂ ਜਿਨ੍ਹਾਂ ਨੂੰ ਡਾਇਗਨੋਸਡ ਹੋਇਆ ਹੈ? ਜਿਨ੍ਹਾਂ ਨੂੰ ਡਾਇਗਨੋਸ ਹੋਇਆ ਉਹਨਾਂ ਨੂੰ ਸੈਕੰਡ ਓਪੀਨੀਅਨ ਲੈ ਲੈਣਾ ਚਾਹੀਦਾ ਹੈਗਾ ਜੀ। ਔਰ ਇਸ ਤਰ੍ਹਾਂ ਨਾਲ ਕਈ ਆਪਾਂ ਜਿਹੜੀਆਂ ਕੋਸਟਲੀ ਸਰਜਰੀਜ਼ ਹੈਗੀਆਂ ਆਪਾਂ ਹੈਲਥ ਕੇਅਰ ਦਾ ਬਰਡਨ ਵੀ ਘਟਾ ਸਕਦੇ ਹਾਂ, ਔਰ ਜਿਹੜੀਆਂ ਕੰਪਲੀਕੇਸ਼ਨਸ ਬਾਅਦ ਦੇ ਵਿੱਚ ਆਉਣੀਆਂ ਹੈਗੀਆਂ, ਜਿਹੜੇ ਲੋਕਾਂ ਨੂੰ ਗਾਲ ਬਲੈਡਰ ਰਿਮੂਵ ਹੋ ਜਾਂਦਾ ਉਹ ਉਸ ਤੋਂ ਵੀ ਉਹ ਬਚ ਸਕਦੇ ਆ ਅਗਰ ਉਹ ਸੇਫਲੀ ਨੋਨ ਇਨਵੇਸਿਵ ਤਰੀਕੇ ਨਾਲ ਆਪਣਾ ਗਾਲ ਬਲੈਡਰ ਸਟੋਨਸ ਹੈਂਡਲ ਕਰ ਸਕਦੇ ਆ ਹੋਮਿਓਪੈਥੀ ਨਾਲ ਜਾਂ ਕਿਸੇ ਹੋਰ ਮੋਡੈਲਿਟੀ ਦੀ ਮਦਦ ਦੇ ਨਾਲ, ਤਾਂ ਉਹ ਬੈਟਰ ਹੋਊਗਾ ਜੀ। ਬਿਲਕੁਲ, ਤੇ ਜਿਨ੍ਹਾਂ ਦਾ ਆਲਰੇਡੀ ਸਰਜਰੀ ਹੋ ਚੁੱਕੀ ਹੈ ਉਹਨਾਂ ਨੂੰ ਕੀ ਪ੍ਰੀਕਾਸ਼ਨਸ ਲੈਣੀਆਂ ਚਾਹੀਦੀਆਂ? ਤਾਂ ਉਹੀ ਹੈਗੀਆਂ ਵੀ ਜਿਹੜੀਆਂ ਉਹਨਾਂ ਨੂੰ ਮੈਡੀਸਿਨਸ ਵਗੈਰਾ ਦੱਸੀਆਂ ਜਾਂ ਸਪਲੀਮੈਂਟਸ ਵਗੈਰਾ ਉਹਨਾਂ ਨੂੰ ਡਾਕਟਰ ਨੇ ਰਿਕਮੈਂਡ ਕੀਤੇ ਬੇਸਡ ਔਨ ਦੇਅਰ ਹੈਲਥ ਕੌਨਸੀਕੁਐਂਸਿਸ, ਉਹ ਉਹਨਾਂ ਨੂੰ ਉਹਨਾਂ ਦੀ ਐਡਵਾਈਸ ਫਾਲੋ ਕਰਨੀ ਚਾਹੀਦੀ ਹੈਗੀ ਹੈ। ਕਿਉਂਕਿ ਇੱਕ ਮੇਨ ਚੀਜ਼ ਹੈਗੀ ਹੈ ਵੀ ਜਿਹੜੇ ਉਹਨਾਂ ਕੋਲੇ ਦੇ ਡੋਂਟ ਹੈਵ ਅ ਰਿਜ਼ਰਵ ਮੈਕੈਨਿਜ਼ਮ ਨਾਓ, ਵੀ ਉਹਨਾਂ ਨੂੰ ਫੈਟ ਜਿਹੜੀ ਸਮਾਲ ਮੀਲਸ ਖਾਣੀ ਚਾਹੀਦੀ ਹੈ ਇੱਕ ਵੱਡੇ ਮੀਲਸ ਦੀ ਜਗ੍ਹਾ ਤੇ, ਵੀ ਦੇ ਕੈਨ ਟੇਕ ਮੋਰ ਫਰੀਕੁਐਂਟ ਮੀਲਸ, ਤੇ ਫੈਟ ਘੱਟ ਕਰਨੀ ਚਾਹੀਦੀ ਹੈ, ਮੋਰ ਰਿਚ ਫਾਈਬਰ ਵਾਲੀ ਡਾਈਟ ਖਾਣੀ ਚਾਹੀਦੀ ਹੈ ਜੀ। ਬਿਲਕੁਲ, ਐਕਸਰਸਾਈਜ਼ ਕਰਨੀ ਬਹੁਤ ਜ਼ਰੂਰੀ ਹੈਗੀ ਹੈ।
ਜੀ, ਮੈਨੂੰ ਲੱਗਦਾ ਹੈ ਕਿ ਹਰ ਬਿਮਾਰੀ ਨੂੰ ਤੋਂ ਬਚਿਆ ਜਾ ਸਕਦਾ ਹੈ ਪਹਿਲਾਂ ਹੈਲਥੀ ਰਹਿਣ ਦੇ ਲਈ, ਕਿ ਕੋਈ ਵੀ ਬਿਮਾਰੀ ਹੈਗੀ ਹੈ ਸਾਨੂੰ ਪਹਿਲਾਂ ਹੈਲਥੀ ਰਹਿਣਾ ਚਾਹੀਦਾ ਹੈਗਾ ਆ, ਸਾਨੂੰ ਜਿਵੇਂ ਜੰਕ ਫੂਡ ਹੈਗਾ ਉਹਦੇ ਤੋਂ ਦੂਰ ਰਹਿਣਾ ਚਾਹੀਦਾ ਹੈ, ਤੇ ਜੇ ਕੋਈ ਬਿਮਾਰੀ ਹੁੰਦੀ ਹੈਗੀ ਹੈ ਤਾਂ ਫਿਰ ਉਹ ਤੁਸੀਂ ਜਿਹੜੀ ਸੈਕੰਡ ਆਪਸ਼ਨ ਜਾਂ ਸੈਕੰਡ ਵਾਸਤੇ ਤੁਸੀਂ ਡਾਕਟਰਸ ਦੀ ਜਿਹੜੀ ਸਲਾਹ ਲੈ ਸਕਦੇ ਹੋ। ਤੁਸੀਂ ਆਲਵੇਜ਼ ਸਾਨੂੰ ਹਮੇਸ਼ਾ ਹੀ ਇਨਫੋਰਮੇਸ਼ਨ ਦਿੰਦੇ ਹੋ, ਉਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਬਹੁਤ-ਬਹੁਤ ਮਿਹਰਬਾਨੀ ਅਰਸ਼ਦੀਪ, ਥੈਂਕ ਯੂ ਸੋ ਮਚ। ਥੈਂਕ ਯੂ ਜੀ। ਓਕੇ। ਬਿਲਕੁਲ ਜੀ, ਅੱਜ ਗੱਲਬਾਤ ਹੋਈ ਡਾਕਟਰ ਹਰਮਿੰਦਰ ਸਿੰਘ ਗਿੱਲ ਦੇ ਨਾਲ, ਜਿਨ੍ਹਾਂ ਨੇ ਸਾਨੂੰ ਦੱਸਿਆ ਹੈ ਕਿ ਗਾਲ ਬਲੈਡਰ ਦੇ ਵਿੱਚ ਜਿਹੜੇ ਸਟੋਨ ਹੈਗੇ ਨੇ, ਜੇ ਉਹਨਾਂ ਨੂੰ ਤੁਸੀਂ ਜੇ ਤੁਹਾਨੂੰ ਡਾਇਗਨੋਸ ਹੁੰਦਾ ਹੈਗਾ ਆ ਤਾਂ ਤੁਸੀਂ ਕਿਸ ਤਰ੍ਹਾਂ ਉਹਦਾ ਟ੍ਰੀਟਮੈਂਟ ਕਰ ਸਕਦੇ ਹੋ, ਕਿਸ ਤਰ੍ਹਾਂ ਤੁਸੀਂ ਸੈਕੰਡ ਆਪਸ਼ਨ ਵੱਲ ਜਾ ਸਕਦੇ ਹੈਗੇ ਆ। ਤਾਂ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਸਾਡੇ ਸਾਹਮਣੇ ਆਉਂਦੀਆਂ ਰੋਜ਼ਾਨਾ ਜ਼ਿੰਦਗੀ ਦੇ ਵਿੱਚ, ਬਹੁਤ ਸਾਰੀਆਂ ਬਿਮਾਰੀਆਂ ਨੇ, ਤੁਹਾਡੇ ਤੱਕ ਗੱਲਬਾਤ ਅਸੀਂ ਪਹੁੰਚਾਉਂਦੇ ਰਹਿੰਦੇ ਆ ਕਿ ਅਸੀਂ ਆਪਣੀ ਸਿਹਤ ਨੂੰ ਕਿੱਦਾਂ ਤੰਦਰੁਸਤ ਜਿਹੜਾ ਉਹ ਰੱਖ ਸਕਦੇ ਹੈਗੇ ਆ। ਹੁਣ ਕੋਵਿਡ ਦਾ ਸਮਾਂ ਜਿਹੜਾ ਚੱਲ ਰਿਹਾ ਉਹਦੇ ਵਿੱਚ ਤਾਂ ਸਾਨੂੰ ਹੋਰ ਵੀ ਆਪਣੀ ਸਿਹਤ ਦਾ ਧਿਆਨ ਰੱਖਣ ਦੀ ਜਿਹੜੀ ਲੋੜ ਹੈਗੀ ਹੈ। ਇਸ ਤਰ੍ਹਾਂ ਹੀ ਤੁਹਾਡੇ ਤੱਕ ਇਨਫੋਰਮੇਸ਼ਨ ਜਿਹੜੀ ਪਹੁੰਚਾਉਂਦੇ ਰਵਾਂਗੇ। ਤੁਸੀਂ ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।